Hello दोस्तों, welcome to Siddhi Punjab. So in this series of Punjab PCS previous year question discussion, ਅੱਜ ਆਪਾਂ ਥਰਡ ਕੁਐਸਚਨ ਡਿਸਕਸ ਕਰਨ ਵਾਲੇ ਹਾਂ ਰਾਈਟ। ਜਿਹੜੇ ਲੋਕ ਸਾਨੂੰ ਪਹਿਲੀ ਵਾਰ ਜੁਆਇਨ ਕਰ ਰਹੇ ਆ ਤਾਂ ਸਾਡਾ ਟੈਲੀਗ੍ਰਾਮ ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ, ਜਿਹੜਾ ਕਿ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਹਦਾ ਲਿੰਕ ਮਿਲ ਜੂ @ਸਿੱਧੀ ਪੰਜਾਬ ਤੇ ਵੀ ਤੁਸੀਂ ਰੀਚ ਆਊਟ ਕਰ ਸਕਦੇ ਹੋ। ਉੱਤੇ ਤੁਹਾਨੂੰ ਇਹ ਸਾਰੇ ਕੁਐਸਚਨਸ ਮਿਲੇ ਜਾਣਗੇ ਜਿਹੜੇ ਅਸੀਂ ਡੇਲੀ ਬੇਸਿਸ ਤੇ ਸਵੇਰ ਪੋਸਟ ਕਰ ਦਿੰਦੇ ਹਾਂ, ਜਿਹਦਾ ਆਨਸਰ ਲਿਖ ਕੇ ਤੁਸੀਂ DM ਕਰ ਸਕਦੇ ਹੋ, ਡਾਇਰੈਕਟ ਮੈਸੇਜ ਕਰ ਸਕਦੇ ਹੋ ਔਨ ਦਿਸ ਨੰਬਰ ਇਫ ਯੂ ਵਾਂਟ ਟੂ ਗੈਟ ਯੋਰ ਆਨਸਰ ਰਿਵਿਊਡ ਔਰ ਕਰੈਕਟਡ। ਠੀਕ ਹੈ ਜੀ। ਸੋ ਇਸ ਵੀਡੀਓ 'ਚ ਮੈਂ ਡਿਟੇਲ ਜਿਹੜਾ ਅੱਜ ਕੁਐਸਚਨ ਦਿੱਤਾ ਸੀ ਉਹ ਡਿਸਕਸ ਕਰਨ ਵਾਲੀ ਹਾਂ। ਲੈਟਸ ਸੀ the question. This was the question that I gave today. Analyze the disintegration of USSR and its impact on international politics. Right? ਇਹ ਕੁਐਸਚਨ ਹੈ USSR ਦਾ, ਜਿਹੜਾ ਕਿ ਪੰਜਾਬ PCS 2015 ਵਾਲੇ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ 15 ਨੰਬਰ ਵਿੱਚ। ਅੱਛਾ ਕੁਐਸਚਨ ਹੈ। ਅਗਰ ਤੁਸੀਂ ਵਰਲਡ ਹਿਸਟਰੀ ਦੇ ਕਨਸੈਪਟਸ ਅੱਛੇ ਤਰੀਕੇ ਨਾਲ ਕੀਤੇ ਹੈ, ਮਾਰਕਸ ਅੱਛੇ ਆਣਗੇ। ਇਸ ਸਾਲ 'ਚ ਦੇਖੋ ਪ੍ਰੀਲਿਮਸ 'ਚ ਵੀ ਕਾਫੀ ਕੁਐਸਚਨਸ ਆਏ ਸੀ ਪੰਜਾਬ PCS ਦੇ ਵਰਲਡ ਹਿਸਟਰੀ ਦੇ ਵਿੱਚੋਂ, ਤਾਂ ਓਵਰਆਲ ਵਰਲਡ ਹਿਸਟਰੀ ਕਾਫੀ ਇੰਪੋਰਟੈਂਟ ਸੀ ਰਾਈਟ। ਇਸ ਕੁਐਸਚਨ ਦਾ ਆਨਸਰ ਡਿਸਕਸ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਇਨਫੋਰਮ ਕਰ ਦੇਣਾ ਚਾਹਨੀ ਹਾਂ ਦੈਟ ਆਈ ਐਮ ਸਟਾਰਟਿੰਗ ਡੈਡੀਕੇਟਿਡ ਲਾਈਵ ਕਲਾਸਿਸ ਫॉर ਵਰਲਡ ਹਿਸਟਰੀ ਇਟਸੈਲਫ। ਠੀਕ ਹੈ ਜੀ। ਵਰਲਡ ਹਿਸਟਰੀ ਜਿਹੜਾ ਹੈ ਸਾਡਾ ਪ੍ਰੀਲਿਮਸ ਮੇਨਸ ਇੰਟਰਵਿਊ ਸਟੇਜ ਐਵਰੀਵੇਅਰ ਇਟ ਇਜ਼ ਯੂਜ਼ਫੁਲ। ਆਪਾਂ ਨੂੰ ਇੰਟਰਨੈਸ਼ਨਲ ਰਿਲੇਸ਼ਨਸ ਅੱਜ ਦੇ ਸਮਝਣ ਲਈ, ਐਸੇਜ਼ ਲਿਖਣ ਲਈ ਵਰਲਡ ਹਿਸਟਰੀ ਦੇ ਕਨਸੈਪਟਸ, ਪਰਸਨੈਲਿਟੀਜ਼ ਤੇ ਇਵੈਂਟਸ ਕਾਫੀ ਕੰਮ ਆਉਂਦੇ ਨੇ ਰਾਈਟ। ਸੋ ਇਹ ਕਲਾਸਿਸ ਤੁਸੀਂ ਜੁਆਇਨ ਕਰ ਸਕਦੇ ਹੋ ਇਫ ਯੂ ਆਰ ਸਟਰਗਲਿੰਗ ਵਿਦ ਦ ਵਰਲਡ ਹਿਸਟਰੀ ਸਿਲੇਬਸ। ਤੁਹਾਡਾ ਈਜ਼ੀਲੀ ਸਾਰਾ ਸਿਲੇਬਸ ਇਹਨਾਂ ਕਲਾਸਿਸ ਦੇ ਵਿੱਚ ਕੰਪਲੀਟ ਹੋ ਜਾਏਗਾ। ਯੂ ਵਿਲ ਨਾਟ ਨੀਡ ਟੂ ਸਪੈਂਡ ਐਨੀ ਮੋਰ ਟਾਈਮ ਔਨ ਐਨੀਥਿੰਗ ਐਲਸ right? So check our website or message us on the given number to know more about the course, right? Let's see the question. Analyze the disintegration of USSR. ठीक है। एनालाइज का क्या मतलब है? देखो ज्यादा इतना डायरेक्टिव वर्ड्स तो कंफ्यूज नहीं होना है। ਐਨਾਲਾਈਜ਼ ਦਾ ਮਤਲਬ ਹੈ ਕਿ ਹਰ ਕੁਐਸਚਨ ਦੇ ਹਰ ਪਾਰਟ ਨੂੰ ਜੋ ਵੀ ਉਸ 'ਚ ਪੁੱਛਿਆ ਗਿਆ ਹੈ, ਉਸ ਕਨਸੈਪਟ ਦੇ ਹਰ ਡਿਟੇਲ ਨੂੰ ਤੋੜ ਕੇ ਡਿਟੇਲ ਵਿੱਚ ਵਿਸਤਾਰ ਵਿੱਚ ਲਿਖੋ। ਤੇ ਸਾਰੇ ਉਹ ਜਿਹੜੀ ਆ ਤੁਸੀਂ ਉਹਦੇ ਪਾਰਟਸ ਲਿਖ ਰਹੇ ਹੋ ਉਹ ਇੰਟਰਲਿੰਕਡ ਹੋਣੇ ਚਾਹੀਦੇ ਆ, ਫਲੋ ਬਣਨਾ ਚਾਹੀਦਾ ਹੈ, ਪਤਾ ਚੱਲਣਾ ਚਾਹੀਦਾ ਹੈ ਡਿਸਇੰਟੀਗ੍ਰੇਸ਼ਨ USSR ਦਾ ਕਿਵੇਂ ਹੋਇਆ, USSR ਸੀ ਕਿਆ, ਉਹ ਤੋਂ ਬਾਅਦ ਉਹ ਡਿਸਇੰਟੀਗ੍ਰੇਟ ਕਿਉਂ ਹੋਇਆ, ਤੇ ਉਸ ਤੋਂ ਬਾਅਦ ਉਹਦੇ ਇੰਪੈਕਟਸ ਇੰਟਰਨੈਸ਼ਨਲ ਪੋਲਿਟਿਕਸ ਤੇ ਕਿਆ ਹੋਏ। ਸੋ ਬਰੀਫਲੀ ਇਹ ਆਪਾਂ ਇਸ ਕੁਐਸਚਨ ਵਿੱਚ ਲਿਖਣਾ ਹੈ ਰਾਈਟ। ਸੋ ਸ਼ੁਰੂ ਕਰਦੇ ਹਾਂ ਇੰਟਰੋਡਕਸ਼ਨ ਨਾਲ। ਇੰਟਰੋਡਕਸ਼ਨ 'ਚ ਤੁਸੀਂ ਕਿਆ ਲਿਖ ਸਕਦੇ ਹੋ? Since the question is about disintegration of USSR, you can start about talking about USSR itself. USSR क्या ਸੀ? So kind of background ਤੁਸੀਂ ਦੇ ਸਕਦੇ ਹੋ ਇਸ ਕੁਐਸਚਨ ਦਾ। USSR क्या ਸੀ ਤੇ ਉਹ disintegration ਵੱਲ ਕਿਵੇਂ ਵਧਿਆ ਰਾਈਟ। ਸੋ ਇਸ ਤਰੀਕੇ ਨਾਲ ਤੁਸੀਂ ਸਟਾਰਟ ਕਰ ਸਕਦੇ ਹੋ ਟੈਲਿੰਗ ਕਿ USSR ਜਿਹੜਾ ਸੀ ਕਦੋਂ ਇਮਰਜ ਹੋਇਆ। 1921 ਦੇ ਅਰਾਊਂਡ ਇਟ ਇਮਰਜਡ ਆਫਟਰ ਦੀ ਰਸ਼ੀਅਨ ਰੈਵੋਲੂਸ਼ਨ ਆਫ 1917। USSR ਦੇ ਫੀਚਰਸ ਦੱਸ ਸਕਦੇ ਹੋ ਕਿ ਇਹ ਬਹੁਤ ਹੀ ਡਾਈਵਰਸ ਇੰਪਾਇਰ ਸੀ, ਮਲਟੀ ਐਥਨਿਕ, ਰਿਲੀਜੀਅਸ, ਮਲਟੀਪਲ ਲੈਂਗੁਏजेस ਵਗੈਰਾ ਇਸ 'ਚ ਰਹਿੰਦੀਆਂ ਸੀ। ਠੀਕ ਹੈ। ਫਿਰ 60-70 ਸਾਲਾਂ ਲਈ ਤਾਂ ਇਹਨੇ ਕਾਫੀ ਅੱਛਾ ਡੋਮੀਨੈਂਸ ਆਪਦਾ ਵਰਲਡ ਅਫੇਅਰਸ 'ਚ ਬਣਾ ਕੇ ਰੱਖਿਆ, ਸਪੈਸ਼ਲੀ ਵਰਲਡ ਵਾਰ 2 ਤੋਂ ਬਾਅਦ ਬਾਈਪੋਲਰ ਵਰਲਡ ਜਿਹੜਾ ਹੈ ਆਪਣਾ ਇਮਰਜ ਹੋ ਗਿਆ ਸੀ ਵਿਦ USA ਔਨ ਵਨ ਸਾਈਡ ਐਂਡ USSR ਔਨ ਦੀ ਅਦਰ ਸਾਈਡ ਰਾਈਟ। ਸੋ ਫਿਰ ਉਸ ਤੋਂ ਬਾਅਦ ਆਲਮੋਸਟ ਇਹਨਾਂ ਦੀ ਅਸਲ ਜਿਹੜੀ ਹੈ ਕੰਟੀਨਿਊਸਲੀ ਚੱਲਦੀ ਰਹੀ ਇੰਟਰਨੈਸ਼ਨਲ ਪੋਲਿਟਿਕਸ ਤੇ, ਬਟ ਇਵੈਂਚੁਅਲੀ ਬਿਕੋਜ਼ ਆਫ ਦ ਇਨਹੈਰੈਂਟ ਵੀਕਨੈਸਿਸ ਇਨ ਦੀ culture, economic, political sector of USSR 1991 ਵਿੱਚ ਇਹ ਫਾਈਨਲੀ ਡਿਸਇੰਟੀਗ੍ਰੇਟ ਹੋ ਜਾਂਦਾ ਹੈ ਰਾਈਟ। ਇਹ ਪੂਰੀ ਕਹਾਣੀ ਹੈ, ਕਨਸੈਪਟ ਮੈਂ ਤੁਹਾਨੂੰ ਦੱਸਤਾ ਹੈ। ਇਹਨੂੰ ਬਰੀਫਲੀ ਤੁਸੀਂ ਇਸ ਤਰੀਕੇ ਨਾਲ ਇੰਟਰੋਡਕਸ਼ਨ 'ਚ ਪੁੱਟ ਕਰ ਸਕਦੇ ਹੋ। ਇਹ ਤੋਂ ਵੀ ਜ਼ਿਆਦਾ ਅਗਰ ਥੋੜੀ ਜਿਹੀ ਬਰੀਫ ਕਰ ਪਾਓ ਦੈਟ ਵੁੱਡ ਬੀ ਗੁੱਡ ਰਾਈਟ। ਸੋ ਹੁਣ ਆਪਾਂ ਐਗਜ਼ਾਮੀਨਰ ਨੂੰ ਇੰਟਰੋਡਕਸ਼ਨ 'ਚ ਦੱਸਤਾ ਕਿ ਮੈਨੂੰ ਪਤਾ ਹੈ USSR ਕਿਆ ਸੀ ਤੇ ਡਿਸਇੰਟੀਗ੍ਰੇਟ ਇਹਦੀ ਸਿਚੁਏਸ਼ਨ ਕਿਆ ਸੀ 60-70 ਸਾਲਾਂ ਲਈ, ਤੇ ਉਸ ਤੋਂ ਬਾਅਦ ਡਿਸਇੰਟੀਗ੍ਰੇਸ਼ਨ ਵੱਲ ਕਿਵੇਂ ਵਧਿਆ ਰਾਈਟ। ਨਾਓ ਹੁਣ ਅਸੀਂ ਬੋਡੀ ਪਾਰਟ 'ਚ ਲਿਖਾਂਗੇ ਫੈਕਟਰ ਜਿਹੜੇ ਐਕਚੁਅਲੀ ਦੈਟ ਵਿਲ ਰਿਜ਼ਲਟ ਇਨ ਡਿਸਇੰਟੀਗ੍ਰੇਸ਼ਨ। ਐਨਾਲਾਈਜ਼ ਕਰਨ ਲਈ ਕਿਹਾ ਹੈ ਆਪਾਂ ਲਿਖਾਂਗੇ ਕਿ ਕਿਉਂ ਡਿਸਇੰਟੀਗ੍ਰੇਟ ਹੋਇਆ। ਠੀਕ ਹੈ। ਸੋ ਇੱਕ ਇੱਕ ਕਰਕੇ ਜਿਹੜੇ ਮਲਟੀਪਲ ਫੈਕਟਰਸ ਹੈ ਉਹ ਤੁਸੀਂ ਬਰੀਫਲੀ ਲਿਖ ਸਕਦੇ ਹੋ। ਸਟਾਰਟਿੰਗ ਵਿਦ ਸਟੈਲਿਨਸ ਪਾਲਿਸੀਜ਼, ਕਾਫੀ ਰਿਸਟ੍ਰਿਕਟਿਵ ਪਾਲਿਸੀਜ਼ ਸੀਗੀਆਂ। ਪਾਲਿਸੀਜ਼ ਲਾਈਕ ਕੋਲਖੋਜ਼, ਸੀਕ੍ਰੇਟ ਪੁਲਿਸ, ਗੁਲਾਗ ਜਿਹੜੇ ਲੇਬਰ ਕੈਂਪਸ ਸੀਗੇ, ਪੋਲੀਟੀਕਲ ਲਿਬਰਟੀਜ਼ ਨਹੀਂ ਸੀ,
ਸੋ ਸੋਸ਼ਲ ਰਿਸਟ੍ਰਿਕਸ਼ਨ ਸੀਗੀਆਂ, ਰਾਈਟ। ਇਹਨਾਂ ਕਰਕੇ ਜਿਹੜੇ ਲੋਕ ਸੀ ਬਹੁਤ ਫਰਸਟ੍ਰੇਟਡ ਸੀ। ਦੇ ਵਾਂਟਡ ਟੂ ਸੀ ਅ ਫਰੀਅਰ ਸਪੇਸ, ਠੀਕ ਹੈ। ਇੱਥੋਂ ਹੀ ਪੋਲੀਟੀਕਲ ਟਰਬਲ ਜਿਹੜੀ ਹੈ USSR ਵਿੱਚ ਸਟਾਰਟ ਹੋ ਜਾਂਦੀ ਹੈ। ਇਸ ਤੋਂ ਬਾਅਦ ਬ੍ਰੈਜ਼ਨੇਵ ਡਾਕਟਰਾਈਨ, ਜਿਹੜੀ ਕਿ ਬਹੁਤ ਹੀ ਸਟਰੋਂਗ ਕੰਟਰੋਲ ਬਣਾ ਕੇ ਰੱਖਣਾ ਚਾਹੁੰਦੀ ਸੀ ਕਮਿਊਨਿਸਟ ਪਾਰਟੀ ਆਫ ਰਸ਼ੀਆ ਦਾ ਔਨ ਆਲ ਦੀ ਅਦਰ ਟੈਰੀਟਰੀਜ਼ ਦੈਟ ਵਰ ਅੰਡਰ ਇਟਸ ਕੰਟਰੋਲ, ਇਹਦੇ ਕਰਕੇ ਵੀ ਉਹ ਜਿਹੜੀ ਟੈਰੀਟਰੀ ਸੀ ਕਾਫੀ ਬਰਡਨ ਫੀਲ ਕਰਦੀਆਂ ਸੀ। ਦੇ ਵਾਂਟਡ ਟੂ ਸੀ ਅ ਫਰੀਅਰ ਪੋਲੀਟੀਕਲ ਸਿਸਟਮ, ਠੀਕ ਹੈ ਜੀ। ਉਸ ਤੋਂ ਬਾਅਦ ਪੋਲੀਟੀਕਲ ਵੀਕਨੈਸਿਸ ਕਾਫੀ ਸੀ ਰਸ਼ੀਅਨ ਇੰਪਾਇਰ ਵਿੱਚ ਬਿਕੋਜ਼ ਆਫ ਵੇਰੀਅਸ ਰੀਜ਼ਨਸ, ਬਿਕੋਜ਼ ਆਫ ਇਟਸ ਹਿਊਜ ਮਿਲਟਰੀ ਸਪੈਂਡਿੰਗ, ਕੋਲਡ ਵਾਰ ਸਪੈਂਡਿੰਗ, ਆਰਮਸ ਰੇਸ ਜਿਹੜੀ ਚੱਲ ਰਹੀ ਸੀ, ਆਇਲ ਪ੍ਰਾਈਸਿਸ ਗਿਰ ਰਹੇ ਸੀ ਜਿਹਦੇ ਕਰਕੇ ਰਸ਼ੀਅਨ ਇਕਨੋਮੀ ਇੰਪੈਕਟ ਹੋ ਰਹੀ ਸੀ। ਇਹਨੇ ਐਡਾ ਵੱਡਾ ਇੰਪਾਇਰ ਵੀ ਮੇਨਟੇਨ ਕਰਕੇ ਰੱਖਣਾ ਸੀ, ਰਾਈਟ। ਬਿਕੋਜ਼ ਆਫ ਦਿਸ ਖਰਚੇ ਬਹੁਤ ਜ਼ਿਆਦਾ ਸੀ, ਐਕਸਪੈਂਡੀਚਰ ਵਾਜ਼ ਹਾਈ, ਬਟ ਅਰਨਿੰਗਸ ਜਿਹੜੀਆਂ ਹੈ ਉਹ ਕੰਟੀਨਿਊਸਲੀ ਫਾਲ ਹੋ ਰਹੀਆਂ ਸੀ। ਆਲਸੋ ਰਸ਼ੀਆ ਜਿਹੜਾ ਹੈ ਜ਼ਿਆਦਾ ਕੰਜ਼ਿਊਮਰ ਇੰਡਸਟਰੀ ਤੇ ਫੋਕਸ ਨਹੀਂ ਕਰ ਪਾਇਆ, ਸਾਰਾ ਐਫਰਟ ਵਾਰ ਇੰਡਸਟਰੀ ਨੂੰ ਡਿਵੈਲਪ ਕਰਨ ਵਿੱਚ ਚਲਾ ਗਿਆ, ਬਟ ਲੋਕਾਂ ਨੂੰ ਜੋ ਜ਼ਰੂਰਤਮੰਦ ਚੀਜ਼ਾਂ ਸੀ ਉਹ ਨਹੀਂ ਮਿਲੀਆਂ। ਲੋਕਾਂ ਦੇ ਇਨਕਮ ਲੈਵਲਸ ਬਹੁਤ ਪੂਅਰ ਸੀ, ਲੋਕਾਂ ਦੇ ਲਿਵਿੰਗ ਸਟੈਂਡਰਡਸ ਇਨ ਰਸ਼ੀਆ ਵਰ ਵੈਰੀ ਪੂਅਰ, ਰਾਈਟ। ਇਹਨਾਂ ਇਕਨੋਮਿਕ ਟਰਬਲਸ ਕਰਕੇ ਲੋਕ ਪੂਰੇ ਹੀ USSR ਚ ਕਾਫੀ ਪਰੇਸ਼ਾਨ ਸੀ, ਬਿਕੋਜ਼ ਆਫ ਵਿਚ ਦ ਅਨਰੈਸਟ, ਇਕਨੋਮਿਕ ਅਨਰੈਸਟ ਇਨ ਦਿਸ ਯੂਨੀਅਨ ਵਾਜ਼ ਹਿਊਜ, ਠੀਕ ਹੈ। ਇਸ ਅਨਰੈਸਟ ਦੇ ਵਿੱਚ ਹੁਣ ਅਗਰ ਕੋਈ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਦੇ ਦਿੰਦਾ ਹੈ ਤਾਂ ਓਬਵੀਅਸਲੀ ਤੁਸੀਂ ਕਹਿ ਸਕਦੇ ਹੋ ਪ੍ਰੋਟੈਸਟ ਰਾਈਟਸ ਵਧਣਗੇ। ਦੈਟ ਇਜ਼ ਵਾਟ ਹੈਪਨ ਵੈਨ ਦ ਨੈਕਸਟ ਲੀਡਰ ਗੋਰਬਾਚੇਵ ਕੇਮ ਇਨਟੂ USSR's ਪੋਲਿਟਿਕਸ ਔਰ ਇਟਸ ਲੀਡਰਸ਼ਿਪ। ਇਹਨਾਂ ਨੇ ਗਲਾਸਨੋਸ ਦੇ ਅੰਦਰ ਪੋਲੀਟੀਕਲ ਲਿਬਰਟੀਜ਼ ਦਿੱਤੀਆਂ, ਲੋਕ ਕੁਝ ਵੀ ਬੋਲ ਸਕਦੇ ਆ, ਓਪਨਲੀ ਕ੍ਰਿਟਿਸਾਈਜ਼ ਕਰ ਸਕਦੇ ਆ, ਕਮਿਊਨਿਸਟ ਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ ਹੈ, ਮਲਟੀ ਪਾਰਟੀ ਸਿਸਟਮ ਇੰਟਰੋਡਿਊਸ ਕਰਤਾ, ਰਾਈਟ। Perestroika ਦੇ ਅੰਡਰ ਇਕਨੋਮਿਕ ਰਿਫਾਰਮਸ ਇੰਟਰੋਡਿਊਸ ਕੀਤੇ। That means he gave that breathing space that people were looking for. They started demanding for more and more such breathing space. They started demanding more and more democratization. So agar they will demand democratization, that means this will mean end of the communist control that USSR was trying to maintain since so many years. Stalin to shuru karke USSR integrated reha ਕਿਵੇਂ, because of the strong control that it had। ਉਹੀ ਕੰਟਰੋਲ ਗੋਰਬਾਚੇਵ ਦੀ ਪਾਲਿਸੀਜ਼ ਨੇ ਵੀਕਨ ਕਰਤਾ, ਰਾਈਟ। ਫਾਈਨਲੀ ਰਸ਼ੀਆ ਦੇ ਅਰਾਊਂਡ ਜਿਹੜੀਆਂ ਟੈਰੀਟਰੀਜ਼ ਸੀ ਜਿਹਨੂੰ ਨੂੰ ਇਹਨਾਂ ਨੇ ਕੈਪਚਰ ਕੀਤਾ ਹੋਇਆ ਸੀ ਜਾਂ ਜਿਹੜੇ ਇਹਦੇ ਸਟਰੋਂਗ ਕੰਟਰੋਲ ਦੇ ਅੰਡਰ ਸੀ, ਦੇ ਵਰ ਸੀਇੰਗ ਰਾਈਜ਼ਿੰਗ ਲੈਵਲਸ ਆਫ ਨੈਸ਼ਨਲਿਜ਼ਮ। ਇਸ ਕਰਕੇ ਵੀ ਇਹ ਹੋਇਆ ਕਿ ਰਾਈਜ਼ਿੰਗ ਨੈਸ਼ਨਲਿਜ਼ਮ ਕਰਕੇ ਦੇ ਵਾਂਟਡ ਟੂ ਸੀ ਅ ਫਰੀਅਰ ਕਾਈਂਡ ਆਫ freer nations. They wanted to see themselves liberated from the impact of the USSR, and that is why nationalism karke vi integration ਵੱਲ Russia ਵਧਿਆ, right। So these were the reasons। ਇਸ ਤੋਂ ਬਾਅਦ ਤੁਸੀਂ ਮੈਪ ਬਣਾ ਸਕਦੇ ਹੋ showing that this was the USSR, right। ਇਨੀਸ਼ੀਅਲੀ ਇਸ ਤਰੀਕੇ ਨਾਲ ਰਸ਼ੀਅਨ ਫੈਡਰੇਸ਼ਨ ਜਿਹੜੀ ਹੈ ਕੰਟਰੋਲ ਕਰ ਰਹੀ ਸੀ ਸਰਾਊਂਡਿੰਗ ਏਰੀਆਜ਼ ਤੇ। ਬਰੀਫਲੀ ਮੈਪ ਬਣਾ ਸਕਦੇ ਹੋ, ਜਸਟ ਡਰਾ ਇਟ ਵਿਦ ਹੈਂਡ। So showing here the Russian Federation and the connected area, Baltic nations, right, Central Asian republics under the Russian control, some other countries mention kar sakte ho। This was entire USSR, but 1991 which it will get disintegrated and 15 new republics will get birth। ਤੇ ਇਹ ਪੂਰਾ ਮੈਪ ਬਣਾ ਕੇ ਆ ਸਕਦੇ ਹੋ, ਇਟ ਇਜ਼ ਇੰਟਾਇਰਲੀ ਫੀਜ਼ੀਬਲ, ਠੀਕ ਹੈ। ਇੱਥੇ I have shown it in the form of the map so that ਤੁਹਾਡੀ ਜ਼ਿਆਦਾ clarity ਰਹੇ, but ਇਸ ਤਰੀਕੇ ਨਾਲ ਜਲਦੀ ਜਲਦੀ ਤੋਂ ਇਹ ਮੈਪ ਬਣਾਇਆ ਜਾ ਸਕਦਾ ਹੈ। It will add value to your answer, right। ਪੂਰੀਆਂ ਸਾਰੀਆਂ 15 ਰਿਪਬਲਿਕਸ ਜੋ ਬਣੀਆਂ ਹੈ ਉਹਨਾਂ ਨੂੰ ਕੁਇਕਲੀ ਲਿਖਣ ਦੀ ਕੋਸ਼ਿਸ਼ ਕਰੋ, right। Now next part of the question is asking the impact on international politics, right। So obviously era of bipolarity ended, unipolar world emerged with the leadership of USA। Sara balance of power shifted towards USA। Balance of power the concept weaken ਹੋ ਗਿਆ ਸੀ, rather unipolar world emerge ਹੋ ਰਿਹਾ ਸੀ। ਕਮਿਊਨਿਸਟ regimes ਜਿਹੜੀਆਂ ਹੈ ਆਸ-ਪਾਸ ਦੇ regions 'ਚ ਖਤਮ ਹੋਣ ਲੱਗ ਗਈਆਂ। democratic setups, multi party systems ਵੀ ਸ਼ੁਰੂ ਹੋ ਗਏ ਕਾਫੀ ਸਾਰੀ USSR ਦੀ ਕੰਟਰੀਜ਼ ਦੇ ਵਿੱਚ। ਹੋਰ ਇੰਟਰਨੈਸ਼ਨਲ ਪੋਲਿਟਿਕਸ 'ਚ ਕਿਆ ਚੇਂਜਸ ਆਏ, ਕੋਲਡ ਵਾਰ ਜਿਹੜੀ 50 ਸਾਲਾਂ ਤੋਂ ਚੱਲ ਰਹੀ ਸੀ ਆਲਮੋਸਟ ਉਹ ਐਂਡ ਤੇ ਆਈ, ਰਾਈਟ। ਫ੍ਰੀ ਮਾਰਕੀਟ ਇਕੋਨਮੀ ਦਾ ਮਾਡਲ ਹੁਣ ਪਪੂਲਰ ਹੋਏਗਾ ਕਿਉਂਕਿ US ਲੈਡ ਵਰਡ ਹੈ। ਕਮਿਊਨਿਜ਼ਮ ਦਾ ਡਿਕਲਾਈਨ ਦੇਖਾਂਗੇ, ਰਾਦਰ ਕੈਪੀਟਲਿਜ਼ਮ ਦਾ ਜੋ ਰਾਈਜ਼ ਜਿਹੜਾ ਹੈ ਰੈਗੂਲਰਲੀ ਦੇਖਿਆ ਗਿਆ। LPG ਜਿਹੇ topics in the entire international politics will gain prominence। ਸਾਰੀ ਕੰਟਰੀਜ਼ ਜਿਹੜੀਆਂ ਲਿਬਰਲਾਈਜੇਸ਼ਨ ਦੇ ਪਾਥ ਤੇ ਚੱਲਣਾ ਸ਼ੁਰੂ ਕਰਨਗੀਆਂ, ਰਾਈਟ।
ਅਗਰ ਤੁਸੀਂ ਬਾਕੀ ਈਸਟਰਨ ਯੂਰਪ ਦੀ ਗੱਲ ਕਰੋ, ਇਟ ਵਿਲ ਟਰਾਈ ਟੂ ਡਿਵੈਲਪ ਇਟਸੈਲਫ, ਇਟ ਵਿਲ ਟਰਾਈ ਟੂ ਗੈਟ ਯੂਨਾਈਟਿਡ ਟੂ ਅਦਰ ਪਾਰਟਸ, ਯੂਐਸਐਸਆਰ ਤੋਂ ਫ੍ਰੀ ਹੋ ਕੇ ਆਪਦੇ ਪੋਲੀਟੀਕਲ ਸੋਸ਼ਲ ਚੇਂਜਸ ਲਿਆਉਣਾ ਸ਼ੁਰੂ ਕਰਨਗੇ। ਸੈਂਟਰਲ ਏਸ਼ੀਆ ਦੀ 5 ਨਿਊ ਰਿਪਬਲਿਕਸ ਇਮਰਜ ਹੋਈਆਂ, ਜਿਹੜੀਆਂ ਅੱਜ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਰਾਈਟ। ਆਲ ਇਨ ਆਲ ਐਵੇਂ ਬਰੀਫਲੀ ਤੁਸੀਂ ਇਹ ਪੁਆਇੰਟਸ ਜਿਹੜੇ ਹੈ ਮੈਂਸ਼ਨ ਕਰ ਸਕਦੇ ਹੋ, ਰਾਈਟ। ਫਾਈਨਲੀ ਕਨਕਲੂਡ ਵਿਦ ਸੇਇੰਗ, ਪੂਰਾ ਜਿੰਨਾ ਵੀ ਤੁਸੀਂ ਆਨਸਰ ਲਿਖਿਆ ਉਹਨੂੰ few words to conclude karna hai. That is what you can write in the conclusion. The disintegration of USSR resulted in US's dominance in the world affairs. Countries like India maintained good relations with Russia post disintegration and shared idea of multipolar world order. Right? ਕਿਸੇ ਵੀ ਤਰੀਕੇ ਨਾਲ ਤੁਸੀਂ conclude ਕਰ ਸਕਦੇ ਹੋ, just write the gist of the answer that you have written. Right? ਇਸ ਤਰੀਕੇ ਨਾਲ conclusion ਲਿਖੀ ਜਾ ਸਕਦੀ ਹੈ, ਠੀਕ ਹੈ। So this is how you can address the demand of the question, right? If you have any doubt, query, anything that you want to discuss, you can just approach us at this number. We'll be there to help you, right? Check the course on the website. It will help you clarify your doubts and write impressive answers. Thank you so much for joining.